और देखिए मैं आज फिर आपको तीर्थ गरेवाल जी से मिलाने के लिए लेके आया हूँ, जहाँ पर जो डिस्ट्रिक्ट कोर्ट लुधियाना है, जो सिविल लॉयर हैं और जितने प्रॉपर्टी के या एग्रीकल्चर लैंड के जो भी रेवेन्यू के केसेस वगैरह होते हैं उनको हल करने में जो माहिर हैं। तो देखिए हमने कई बार इनसे बात की है कि खसरा गदावरी क्या है, एग्रीमेंट क्या है और उसके बाद इंतकाल क्या होता है। तो ये जो बातें हमको बताते हैं कि ये सब चीज़ें ऐसे ऐसे होती हैं, तो आज हमें ये कुछ और बताएंगे कि ये सब जो है खसरा है, गदावरी है, इंतकाल है, जमाबंदी है, तो इनके बाद जो इनकी मेन जड़ है, जब रजिस्टर्ड डीड हो जाती है, एग्रीकल्चर लैंड होती है, कमर्शियल लैंड होती है, क्योंकि आम लोगों को इसके बारे में नहीं पता, कंफ्यूज हो जाते हैं या फंस जाते हैं किसी न किसी के पास। और जब कोई केस वगैरह चलता है, ये जो सिविल केसेस होते हैं कई साल चलते रहते हैं, तो आदमी उलझ जाता है उसके बीच में। और जो शातिर दिमाग होते हैं ना, जो किसी को धोखा देते हैं, उनको पहले ही पता होता है कि हमने ये काम करना है, तो उनको पहले दाव पेच उनको आते हैं, लेकिन जो आम आदमी होता है फंस जाता है। तो तीर्थ गरेवाल जी थोड़ा जिहा ਇਹਦੇ ਬਾਰੇ ਦੱਸੋ ਕਿ ਜਿਹੜਾ ਅੱਜ ਕੱਲ੍ਹ ਲੋਕੀ ਕਈ ਪ੍ਰੋਪਰਟੀਆਂ ਦੀ ਜਮਾਬੰਦੀ ਬਾਰੇ, ਗਦਾਵਰੀ ਬਾਰੇ ਤੇ ਇੰਤਕਾਲ ਬਾਰੇ ਹਰ ਚੀਜ਼ ਦੇ ਬਾਰੇ ਸਾਨੂੰ ਦੱਸਦੇ ਰਹੇ ਹੈਗੇ। ਤੇ ਇਹਦੇ ਬਾਰੇ ਵੀ ਦੱਸੋ ਵੀ ਜਿਹੜਾ ਬੰਦਾ ਪ੍ਰੋਪਰਟੀ ਦੇ ਵਿੱਚ ਫਸ ਜਾਂਦਾ ਵਾ ਉਹਨੂੰ ਕੀ ਧਿਆਨ ਦੇਣਾ ਚਾਹੀਦਾ ਹੈਗਾ, ਉਹਦੇ ਬਾਰੇ ਥੋੜਾ ਜਿਹਾ ਦੱਸੋ ਤੀਰਥ गरेवाल ਜੀ। ਸਤਿ ਸ਼੍ਰੀ ਅਕਾਲ ਸ਼੍ਰੀਪਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਜੀ ਆਇਆਂ ਨੂੰ ਇੱਕ ਵਾਰ ਫਿਰ। ਸ਼੍ਰੀਪਾਲ ਜੀ, ਜੇ ਅੰਨੇ 'ਚ ਕੋਈ ਕਾਣਾ ਰਾਜਾ ਹੋਵੇ ਤਾਂ ਇਹਦੀ ਕੋਈ ਗਾਰੰਟੀ ਕਿਉਂ ਸਿਆਣਾ ਵਾ? ਨਹੀਂ, ਕੋਈ ਗਾਰੰਟੀ ਨਹੀਂ ਹੈਗੀ, ਸਿਆਣੇ ਦੀ ਤਾਂ ਗਾਰੰਟੀ ਕੋਈ ਨਹੀਂ ਹੈਗੀ। ਅੱਛਾ, ਫਿਰ ਕਹਿੰਦੇ ਜਿੰਨਾ ਲੁੱਚਾ ਉਨਾ ਹੀ ਉੱਚਾ। ਹਾਂ, ਇਹ ਵੀ ਗੱਲ ਸਹੀ ਹੈ, ਜਿੰਨਾ ਉੱਚਾ ਉਨਾ ਲੁੱਚਾ, ਠੀਕ ਹੈ ਵੀ ਹੈ। ਸ਼੍ਰੀਪਾਲ ਜੀ, ਪੰਜਾਬੀ ਸਭ ਤੋਂ ਵੱਡੀ ਵੀਕਨੈਸ ਕੀ ਹੈ ਦੱਸੋ? ਸਭ ਤੋਂ ਵੱਡੀ ਕਮਜ਼ੋਰੀ ਪੰਜਾਬੀ ਦੀ ਕੀ ਹੈ? ਪੰਜਾਬੀ ਦੀ ਜਿਹੜੀ ਕਮਜ਼ੋਰੀ ਹੈਗੀ ਆ ਲਿਖਾਈ ਪੜ੍ਹਾਈ ਦੇ ਵਿੱਚ ਜਿਹੜਾ ਵੀ ਬੰਦਾ ਕਮਜ਼ੋਰ ਆ, ਕੋਈ ਦੇਖਦਾ ਨਹੀਂ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਸਾਰੀ ਪੜ੍ਹਾਈ ਲਿਖਾਈ ਜਿਹੜੀ ਹੈਗੀ ਜਾਨੀ ਕਿ ਐਪਲੀਕੇਸ਼ਨ ਮੈਂ ਭਰਨੀ ਹੁੰਦੀ ਹੈ 에어ਪੋਰਟ ਤੇ ਖੜ ਕੇ, ਤੇ ਮੈਂ ਦੇਖਦਾ ਕਿ ਸ਼੍ਰੀਪਾਲ ਜੀ ਭਰੀ ਜਾ ਰਹੇ, ਮੈਂ ਕਿਹਾ ਜਰਾ ਮੇਰਾ ਵੀ ਭਰ ਦੇ ਯਾਰ। ਹਾਂ, ਬਸ ਜਾਨੀ ਕਿ ਫਾਰਮ ਨਹੀਂ ਭਰਨਾ ਹੁੰਦਾ 12ਵੀਂ ਤੱਕ ਫਾਰਮ ਅਜੇ ਵੀ ਜਿਹੜੇ CBSE ਦੇ ਬੱਚੇ ਹੈਗੇ ਆ, ਉਹਨੂੰ ਪ੍ਰੈਕਟੀਕਲ ਦਾ ਨੌਲੇਜ ਅਜੇ ਵੀ ਨਹੀਂ ਹੈਗੀ ਵੀ ਆ ਇੰਤਕਾਲ ਕੀ ਹੁੰਦਾ, ਪ੍ਰੋਪਰਟੀ ਕੀ ਹੁੰਦੀ, ਉਹਨੂੰ ਤਾਂ ਸਾਇੰਸ ਪੜ੍ਹਾਤੇ। ਉਹ ਛੱਡੋ ਪਰੇ, ਉਹਨੂੰ ਇੰਨੀ ਗੱਲ ਕਹੋ ਕਿ ਛੁੱਟੀ ਵਾਲੀ ਐਪਲੀਕੇਸ਼ਨ ਕਰ ਦੇ, ਉਹ ਕਿਸੇ ਨੂੰ ਕੁਝ ਪਤਾ ਹੀ ਨਹੀਂ ਹੈਗਾ, ਉਹ ਕਰਨਾ ਨਹੀਂ ਚਾਹੁੰਦਾ। ਹਾਂ, ਤੇ ਨੰਬਰ ਉਹਦੇ ਪੂਰੇ ਆ ਜਾਂਦੇ ਹੈਗੇ 99%। ਹਾਂ, ਜਨਰਲ ਨੌਲੇਜ ਉਹਨੂੰ ਹੈ ਨਹੀਂ, ਆਮ ਤੁਸੀਂ ਆਹ ਦੇਖੋ ਜਿਹਨੇ ਟਾਈਪ ਰਾਈਟਿੰਗ ਵਾਲੇ ਬੈਠੇ ਆ, ਇਹ 10 ਰੁਪਏ ਪਹਿਲਾਂ ਲੈਂਦੇ ਹੁੰਦੇ ਸੀਗੇ, ਜਿਹੜਾ ਲਿਖਾਉਣ ਵਾਲਾ ਹੁੰਦਾ ਸੀ ਉਹਨੂੰ ਪਤਾ ਸੀ। ਹਾਂਜੀ ਹਾਂਜੀ। ਹੁਣ ਇਹ ਕੀ ਕਰਦੇ, ਅੱਛਾ ਦੱਸੋ ਜੀ ਕਹਾਣੀ, ਇਹ ਵੀ ਲਿਖ ਦਿਓ, ਇਹ ਵੀ ਲਿਖ ਦਿਓ, ਉਹ ਕਹਾਣੀ 5 6 ਪੇਜਾਂ ਦੀ ਬਣਾ ਦਿੰਦੇ ਆ, 200 300 ਰੁਪਏ, ਮਤਲਬ ਐਪਲੀਕੇਸ਼ਨ ਲਿਖਣ ਦੇ 100 ਰੁਪਏ ਲਈ ਜਾਂਦੇ ਆ। 100 ਰੁਪਏ ਲਈ ਜਾਂਦੇ, 100 ਰੁਪਏ ਪੇਜ ਦੇ ਹਿਸਾਬ ਨਾਲ। ਉਹ ਕਹਿੰਦੇ ਟੈਬ ਦਾ ਬੜੇ ਪਰਚੇ ਕਰਦੇ ਨੇ। ਹਾਂ, ਬੜੇ ਪਰਚੇ ਕਰਦੇ, ਬੜਾ ਟਾਈਮ ਲੱਗ ਗਿਆ, ਉਹਨੂੰ ਹੈ ਨਹੀਂ ਪਤਾ। ਗੱਲ ਤਾਂ ਉਹੀ ਆ, ਮੇਰੇ ਜੇਬ ਵਿੱਚੋਂ 20 ਰੁਪਏ ਕੱਢ ਦੇ, ਉਹੀ ਲਿਖਣੇ ਆ, ਲਿਖਣਾ ਘੁਮਾ ਕੇ ਉਹਨੇ। ਕਿਉਂਕਿ ਤੁਸੀਂ ਆਪਣੀ ਨਾਕਾਮੀ ਇਸ ਚੀਜ਼ ਦੀ ਛੁਪਾਉਣ ਵਾਸਤੇ ਤੁਸੀਂ 100 ਰੁਪਏ ਕਿ 500 ਰੁਪਏ ਵੀ ਦਿਓਗੇ, ਜਾਨੀ ਕਿ ਤੁਹਾਨੂੰ ਲਿਖਣਾ ਨਹੀਂ ਆਉਂਦਾ, ਤੁਸੀਂ ਧਿਆਨ ਨਹੀਂ ਦਿੰਦੇ ਗੱਲ ਵੱਲ। ਗੱਲ ਆ ਵਾ ਕਿ ਧਿਆਨ ਤਾਂ ਕੀ ਦੇਣਾ ਜਦੋਂ ਮੈਂ ਹੀ ਨਹੀਂ ਮੁੱਕਦੀ। ਦੂਜੀ ਗੱਲ ਕੀ ਆ ਕਿ ਜਿਹੜੀ ਫਰਦ ਆ, ਜਮਾਬੰਦੀ ਆ, ਖਸਰਾ ਗਰਦੌਰੀ ਆ, ਇਹ ਸਭ ਜਿਹੜੀ ਚੀਜ਼ਾਂ ਨੇ ਇੱਕ ਸਰਕਾਰੀ ਰਿਕਾਰਡ ਆ। ਠੀਕ ਆ, ਇਹਦੇ ਵਿੱਚ ਫੇਰ ਬਦਲ ਹੁੰਦਾ ਇੱਕ ਰਜਿਸਟਰਡ ਡਾਕੂਮੈਂਟ ਨਾਲ, ਜਿਹਨੂੰ ਟ੍ਰਾਂਸਫਰ ਆਫ ਡਾਕੂਮੈਂਟ ਆਫ ਟ੍ਰਾਂਸਫਰ ਕਹਿੰਦਾ। ਜਿਵੇਂ ਸੇਲ ਡੀਡ ਗਿਆ, ਸੇਲ ਡੀਡ ਹੋ ਗਿਆ, ਜਿਹਨੂੰ ਹਿੱਬਾਨਾਮਾ ਵੀ ਕਹਿੰਦੇ ਆ। ਫਿਰ ਤੁਸੀਂ ਲਾ ਲਓ ਥਰੂ ਵਿਲ ਹੋ ਗਿਆ, ਠੀਕ ਆ, ਹੋਰ ਮਤਲਬ ਥਰੂ ਪਾਵਰ ਅਟਾਰਨੀ ਹੋ ਗਿਆ। ਥਰੂ ਪਾਵਰ ਅਟਾਰਨੀ 15/11/2007 ਤੋਂ ਪੰਜਾਬ ਦੇ ਵਿੱਚ ਜੇ ਮੇਰੇ ਕੋਲ ਪਾਵਰ ਅਟਾਰਨੀ ਆ, ਸਮਝ ਲਓ ਸ਼੍ਰੀਪਾਲ ਜੀ ਦੀ, ਤੇ ਮੈਨੂੰ ਉੱਤੇ 90% ਸਟੈਂਪ ਡਿਊਟੀ ਦੇਣੀ ਪਊਗੀ ਜੇ ਮੈਂ ਅੱਗੇ ਕਿਸੇ ਨੂੰ ਜ਼ਮੀਨ ਵੇਚਣੀ ਹੈ। ਅੱਛਾ, 90 ਤੁਹਾਨੂੰ ਦੇਣੀ ਪਊਗੀ। ਮਤਲਬ ਦੋ ਡਾਕੂਮੈਂਟ ਹੋ ਗਏ ਨਾ, ਇੱਕ ਪਾਵਰ ਅਟਾਰਨੀ ਹੋ ਗਿਆ, ਇੱਕ ਜਿਹੜੀ ਮੈਂ ਉਹਦੇ ਥਰੂ ਸੇਲ ਡੀਡ ਕਰਾ ਰਿਹਾ। ਠੀਕ ਆ, ਸੇਲ ਡੀਡ ਤੇ ਤਾਂ ਮੈਂ ਦੇਣੀ ਸਟੈਂਪ ਡਿਊਟੀ ਹੈ, ਲੇਕਿਨ ਜਿਹੜੀ ਉਹ ਪਾਵਰ ਅਟਾਰਨੀ ਉੱਤੇ 90% ਮੈਨੂੰ ਦੇਣੀ ਪੈਣੀ ਹੈ। ਅੱਛਾ, ਹੋਰ ਦੇਣੀ ਪੈਣੀ। 2007 ਤੋਂ ਬਾਅਦ ਇਹ ਲਾਅ ਹੈਗਾ। ਅੱਛਾ, ਠੀਕ ਹੈ। ਹੁਣ ਗੱਲ ਕੀ ਹੈ ਕਿ ਉਹ ਜਿਹੜੀ ਵੀ ਪਾਵਰ ਅਟਾਰਨੀ, ਚਾਹੇ ਮੈਂ ਉਹਨੂੰ ਵਰਤਾ ਚਾਹੇ ਨਾ ਵਰਤਾ, ਜੇ ਉਹ 'ਚ ਲਿਖਿਆ ਕਿ ਜ਼ਮੀਨ ਵੇਚਣ, ਉਹਦੇ 'ਚ ਲਿਖਿਆ ਗਿਆ ਜ਼ਮੀਨ ਵੇਚਣ ਬਾਰੇ ਲਿਖਿਆ ਗਿਆ, ਤਾਂ ਮੈਨੂੰ ਉਸ ਟਾਈਮ 90% ਡਿਊਟੀ ਜਿਹੜੀ ਆ ਭਰਾਉਣੀ ਪੈਣੀ ਹੈ। ਠੀਕ ਆ, ਠੀਕ ਆ। ਜੇ ਮੈਂ ਨਹੀਂ ਭਰਾਈ ਤਾਂ ਤਹਿਸੀਲਦਾਰ ਮੇਰਾ ਇੰਪਾਊਂਡ ਕਰ ਸਕਦਾ। ਮੰਨ ਲਓ ਕਿ ਜਿਵੇਂ 10,000 ਰੁਪਏ ਸਟੈਂਪ ਡਿਊਟੀ ਦੀ ਮੈਂ ਕਮੀ ਸਟੈਂਪ ਆ, ਉਹਦੀ into 10 ਲੱਗਦੀ ਹੈ ਪੈਨਲਟੀ, ਤਾਂ ਤੁਹਾਡਾ 10,000 ਕਿੰਨਾ ਬਣ ਜਾਂਦਾ? 1 ਲੱਖ ਰੁਪਈਆ। ਅੱਛਾ, ठीक है। हुणी अपने लुधियाने दे विच 500 करोड़ रुपए की स्टाम्प ड्यूटी की चोरी फड़ी गई है। 500 करोड़ रुपए की स्टाम्प ड्यूटी की लुधियाना में चोरी पकड़ी गई है। और ये चोर भी हमारे जो कॉलोनाइजर हैं, प्रॉपर्टी डीलर हैं, ये ऐसे लोग हैं, क्योंकि ये मिली भगत के साथ जो SDM का दफ्तर होता है, तहसीलदार नहीं मिली भगत नहीं होंदी, मिली भगत नहीं होंदी। अच्छा, और क्या कहोगे आप? मैं ਤੁਹਾਨੂੰ ਦੱਸਦਾ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿਸੇ ਸਿਆਣਾ ਨਹੀਂ ਜਾਂਦਾ ਨਾ, ਉੱਥੇ ਕਮਲਾ ਜਿਹੜਾ ਹੁੰਦਾ ਭੱਜਿਆ ਜਾਂਦਾ। ਅੱਛਾ, ਇਹ ਅਨਪੜ੍ਹ ਜੇ ਹੈਗੇ ਆ, ਪੜ੍ਹਨਾ ਲਿਖਣਾ ਆਉਂਦਾ ਨਹੀਂ। ਅੱਛਾ, ਹੈ ਇਹਨਾਂ ਦੀ ਸਭ ਤੋਂ ਵੱਡੀ ਗੱਲ ਕੀ ਹੈ? ਕੌਣ ਪੁੱਛਦਾ? ਹੈ ਜਾਣ ਬੁੱਝ ਕੇ ਕਰਦੇ ਆ। ਖੇਤੀ ਵਾਲੀ ਜ਼ਮੀਨ ਨੂੰ ਸਰਕਾਰੀ ਰਿਕਾਰਡ ਦੇ ਸ਼੍ਰੀਪਾਲ ਜੀ ਤੁਹਾਡਾ ਬਰਥ ਡੇਟ ਹੋਵੇ 84/1/95, ਹਾਂਜੀ,
ਨਹੀਂ 4/1/95 ਲਾ ਲਓ, 4/1/95, 4 ਜਨਵਰੀ 1995। ਹਾਂਜੀ। ਤੁਸੀਂ ਜਾ ਕੇ ਅੱਗੇ ਫਾਰਮ ਭਰ ਦਿਓ 4/10/95, ਉਹ ਕੀ ਹੋਊਗਾ? ਉਹਦਾ ਗਲਤੀ ਹੈਗੀ, ਯਾਨੀ ਕਿ ਟਾਈਮ ਅੱਗੇ ਵੱਧ ਗਿਆ। ਨਹੀਂ, ਸਰਕਾਰੀ ਰਿਕਾਰਡ ਦੇ ਸ਼੍ਰੀਪਾਲ ਸ਼ਰਮਾ ਜੀ ਸਨ ਆਫ ਸੋ ਐਂਡ ਸੋ ਰੈਜ਼ੀਡੈਂਟ ਸੋ ਐਂਡ ਸੋ ਦੀ ਬਰਥ ਡੇਟ ਹੈਗੀ 4/1/1995। ਹਾਂਜੀ। ਜਦੋਂ ਤੁਸੀਂ ਸਕੂਲ ਦੇ ਵਿੱਚ ਭਰਨ ਗਏ ਜਾਂ ਅੱਗੇ ਭਰਨ ਗਏ, ਫਾਰਮ ਤੁਹਾਨੂੰ ਦਿੰਦੇ ਨਾ ਕਿ ਤੁਸੀਂ ਆਪੇ ਭਰੋ। ਹਾਂਜੀ ਹਾਂਜੀ। ਉਹਦੇ ਥੱਲੇ ਸਾਈਨ ਹੁੰਦਾ ਕਿ ਜੋ ਮੈਂ ਭਰਿਆ ਆਪਣੀ ਮਰਜ਼ੀ ਨਾਲ ਭਰਿਆ। ਠੀਕ ਆ। ਜੇ ਤੁਸੀਂ ਅੰਦਰ ਲਿਖਿਆ 4/10/95 ਯਾਨੀ ਕਿ ਆਪਣੀ ਉਮਰ 9 ਮਹੀਨੇ ਅੱਗੇ ਵਧਾਤੀ, ਉਹ ਸਹੀ ਹੈ ਕਿ ਗਲਤ ਆ? ਉਹ ਤਾਂ ਗਲਤ ਆ। ਉਹ ਗਲਤ ਕਿੱਥੋਂ ਦਾ ਚੱਲੂਗਾ? ਉਹਦਾ ਰਿਕਾਰਡ ਤੋਂ ਪਤਾ ਲੱਗੂਗਾ। ਹਾਂਜੀ, ਰਿਕਾਰਡ ਤੋਂ ਪਤਾ ਲੱਗੂਗਾ ਨਾ। ਹਾਂਜੀ, ਪੁਰਾਣਾ ਹੁਣ ਜ਼ਮੀਨ ਹੈਗੀ ਐਗਰੀਕਲਚਰ। ਹਾਂਜੀ ਹਾਂਜੀ। ਤੁਸੀਂ ਉਹਦੇ ਅੰਦਰ ਆਪਣੇ ਕੀ ਕਹਿੰਦੇ ਆ, ਹੁਣ ਮੈਂ ਕੀ ਕਹਾਂ, ਆਪਣਾ ਹੀ ਰਾਜ ਸਮਝ ਕੇ ਉਹ ਅੰਦਰ ਰੈਜ਼ੀਡੈਂਸ਼ੀਅਲ ਦਾ ਕੋਡ ਪਾ ਕੇ ਤੇ ਰੈਜ਼ੀਡੈਂਸ਼ੀਅਲ ਦੀ ਸਟਾਂਪ ਡਿਊਟੀ ਭਰਾ ਕੇ ਤੇ ਤੁਸੀਂ ਮਤਲਬ ਐਗਰੀਕਲਚਰ ਨੂੰ ਆਪਣੀ ਮਰਜ਼ੀ ਨਾਲ ਹੀ ਉਹ ਅੱਗੇ ਕਰਨਾ। CLU ਕਿੱਥੇ ਚਲੇ ਗਏ? ਹਾਂਜੀ ਹਾਂਜੀ, ਚੇਂਜ ਕਰਤਾ ਉਹਦਾ CLU। ਹੁਣ CLU ਭਰਿਆ ਨਹੀਂ ਭਰਿਆ, ਲੇਕਿਨ ਤੁਸੀਂ ਇਹਨੂੰ ਐਗਰੀਕਲਚਰ ਨੂੰ ਉਹਦਾ ਬਣਾ ਕੇ ਪਲਾਟ ਅੱਗੇ ਕਰਤਾ। ਜੇ ਤੁਸੀਂ ਰਜਿਸਟਰੀਆਂ ਚੱਕ ਕੇ ਦੇਖੋ ਨਾ, ਪਿਛਲੇ 10 ਸਾਲਾਂ 'ਚ ਪੰਜਾਬ ਦੇ ਵਿੱਚ ਇੰਨੇ ਕਿਸਾਨ ਇੰਨੇ 100 ਗਜ ਵਾਲੇ ਕਿਸਾਨ ਨੇ, ਤੁਸੀਂ ਗਿਣਤੀ ਨਹੀਂ ਕਰ ਸਕਦੇ। ਯਾਨੀ ਕਿ ਕਹਿਣੇ ਦਾ ਮਤਲਬ ਹੈ ਕਿ ਸਾਰਾ ਯਾਨੀ ਕਿ ਹੇਰਾ ਫੇਰੀ ਹੋ ਗਈ। ਜੇ ਉਹ ਹੇਰਾ ਫੇਰੀ ਐਵੇਂ ਹੈ ਨਾ, ਤਹਿਸੀਲਦਾਰ ਬਾਏ ਲਾਅ ਹੀ ਇਜ਼ ਰਿਕੁਆਇਰਡ ਕਿ ਜੋ ਵੀ ਡਾਕੂਮੈਂਟ ਉਹਦੇ ਕੋਲ ਆ ਗਿਆ ਉਹਨੂੰ ਰਜਿਸਟਰ ਕਰਨਾ ਪੈਣਾ। ਉਹ ਵੱਧ ਤੋਂ ਉੱਥੇ ਲੋਕਲ ਇਨਕੁਆਇਰੀਜ਼ ਥੋੜੀ ਸਟਾਂਪ ਡਿਊਟੀ ਦੀ ਕਰ ਸਕਦਾ। ਹੁਣ ਇੰਨੀ ਸੇਲ ਡੀਡਾਂ ਆ ਰਹੀਆਂ, ਸਭ ਕੁਝ ਹੋ ਰਿਹਾ, ਉਹ ਕੀ ਕਰੇ? ਕਈ ਕਲੋਨੀਆਂ ਨੂੰ ਕੱਟੀਆਂ ਜਾਂਦੀਆਂ ਪਈਆਂ ਯਾਰ। ਕਲੋਨੀ ਦੇ ਵਿੱਚ ਦੇਖੋ ਗੱਲ ਕੀਤੀ ਉਹ ਵੱਧ ਗੱਲ ਆ। ਮੇਰੀ ਗੱਲ ਸੁਣੋ। ਹਾਂਜੀ। ਹੁਣ ਕਲੋਨੀ ਦਾ ਨਾਮ ਲਿਖਤਾ, ਮੰਨ ਲਓ SKY। ਹਾਂਜੀ। ਕੀ ਉਹ ਰਜਿਸਟਰੀ ਦੇ ਵਿੱਚ ਲਿਖਿਆ SKY ਕਲੋਨੀ? ਨਹੀਂ, ਉਹ ਕੁਝ ਨਹੀਂ ਲਿਖਿਆ। ਹਾਂਜੀ ਹਾਂਜੀ। ਉਹ ਕੀ ਕਰਦੇ, ਜਿਹੜੇ ਨਾਲ ਦੇ ਕਿਸੇ ਤੇ ਪਰਚਾ ਪਿਆ ਹੁੰਦਾ ਉਹੀ ਨਾਮ ਉਹਦੇ ਵਿੱਚ ਪਾ ਦਿੰਦੇ ਆ। ਹਾਂਜੀ ਹਾਂਜੀ। ਲੋਕਾਂ ਨੂੰ ਦੱਸਦੇ ਕੁਝ ਹੋਰ ਆ, ਕਰਦੇ ਕੁਝ ਹੋਰ। ਹਾਂਜੀ ਹਾਂਜੀ। ਹੁਣ ਸੁਣੋ, ਰਿਕਾਰਡ ਦੇ ਮੁਤਾਬਿਕ ਖਸਰਾ ਗਰਦਾਵਰੀ ਕਹਿੰਦੇ ਆ ਖੇਤੀ ਵਾਲੀ ਜ਼ਮੀਨ ਆ, ਤੁਸੀਂ ਚੱਕ ਕੇ ਉਹ ਕਰਤਾ। ਦੈਟ ਮੀਨਸ ਕਿ CLU ਨਹੀਂ ਭਰਿਆ। ਡਾਕੂਮੈਂਟ ਦੇ ਵਿੱਚ ਝੂਠੀ ਸਟੇਟਮੈਂਟ ਦਿੱਤੀ ਹੈ। ਸੈਕਸ਼ਨ 82। ਅੱਛਾ। ਸੈਕਸ਼ਨ 82 ਰਜਿਸਟ੍ਰੇਸ਼ਨ ਐਕਟ, 7 ਸਾਲ ਦੀ ਕੈਦ, ਕੋਈ ਗਵਾਹੀ ਨਹੀਂ, ਕੁਛ ਨਹੀਂ। ਇੱਕ ਰਿਪੋਰਟ ਲੱਗਣੀ ਆ, FIR ਦਰਜ ਆ, ਹਾਈ ਕੋਰਟ ਤੱਕ ਬੇਲ ਨਹੀਂ। ਇੱਕ FIR ਹੋ ਗਈ, ਚਲੋ ਹਾਈ ਕੋਰਟ ਤੋਂ ਬੇਲ ਮਿਲ ਵੀ ਗਈ, ਇਨਵੈਸਟੀਗੇਸ਼ਨ ਜੁਆਇਨ ਕਰੋ। ਇਨਵੈਸਟੀਗੇਸ਼ਨ ਕੀ ਕਰਨੀ ਆ? ਆ ਰਹੀ ਸਾਹਮਣੇ ਰਜਿਸਟਰੀ, ਉਹਦੀ ਇੱਕ ਰਿਕਾਰਡ ਕਲਰਕ ਤੋਂ ਮੰਗਾਉਣਾ। ਉਹਨੇ ਕਹਿਣਾ ਫਾਊਂਡ ਐਂਡ ਕੰਪੇਅਰਡ ਐਂਡ ਫਾਊਂਡ ਟੂ ਬੀ ਕਰੈਕਟ, ਦੈਟਸ ਇਟ। ਉਹਦੇ ਵਿੱਚ ਸ਼੍ਰੀਪਾਲ ਜੀ ਲਿਖਾਰੀ, ਵਿਟਨੈਸ ਦੋਨੋਂ, ਅੱਛਾ, ਵੇਚਣ ਵਾਲੇ ਤੇ ਖਰੀਦਣ ਵਾਲਾ, ਸਾਰੇ ਤੇ ਸਭ ਗਏ, ਕਲਪ੍ਰਿਟ ਹੋਣਗੇ, ਸਭ ਅੰਦਰ ਗਏ। ਠੀਕ ਹੈ। ਇਹ 'ਚ ਕੋਈ ਗਵਾਹੀ ਨਹੀਂ, ਕਿਸੇ ਨੂੰ ਤੁਸੀਂ ਖਰੀਦ ਨਹੀਂ ਸਕਦੇ। ਅੱਛਾ, ਮੈਂ ਇੱਕ ਹੋਰ ਦੱਸਦਾ, ਆਪਣਾ ਤੀਰਥ ਗਰੇਵਾਲ ਜੀ, ਇੱਦਾਂ ਮੈਂ ਉੱਥੇ ਡੈਰੀ ਕੰਪਲੈਕਸ ਕੋਲ ਇੱਕ ਕਲੋਨੀ ਬਣੀ ਹੋਈ ਆ, ਤੇ ਗਲਾਡਾ ਤੋਂ ਪ੍ਰੂਵ ਆ। ਉਹ ਜੇ ਗਲਾਡੇ 'ਚ ਜਾਂਦੇ ਹੈਗੇ ਵੀ ਸਾਨੂੰ ਰਜਿਸਟਰੀ ਵਗੈਰਾ ਦਿਖਾਓ ਜਿੰਨੇ ਪਲਾਟ ਹੈ, ਜਾਂ ਉਹ ਇੱਕੋ ਬੰਦੇ ਦਾ ਨਾਮ ਆਉਂਦਾ, ਹਰਵੰਸ ਸਿੰਘ ਪਤਾ ਨਹੀਂ ਕੀ ਨਾਂ ਹੈਗਾ, ਵੀ ਇਹਨੇ ਜਗ੍ਹਾ ਵੇਚੀ ਹੈਗੀ ਆ। ਉਹ ਦੇਖੇ ਇੱਦਾਂ ਹੀ ਨਾਂ ਆਉਂਦਾ ਵਿੱਚ, ਉਹਦੇ ਕਲੋਨੀ ਦਾ ਨਾਮ ਵਗੈਰਾ ਕੋਈ ਨਹੀਂ ਆਉਂਦਾ, ਪਲਾਟ ਨੰਬਰ ਆ ਜਾਂਦਾ, ਖਸਰਾ ਨੰਬਰ ਵਗੈਰਾ ਜਿਹੜਾ ਹੁੰਦਾ ਹੈਗਾ ਵਾ, ਪਲਾਟ ਨੰਬਰ ਨਹੀਂ, ਪਲਾਟ ਕੁਛ ਉੱਦਾਂ ਹੀ ਆਉਂਦਾ, ਯਾਨੀ ਕਿ ਕਲੋਨੀ ਦਾ ਨਾਂ ਨਹੀਂ ਆਉਂਦਾ ਹੈਗਾ ਵੀ ਆਹ ਜਿਹੜਾ ਖੇਤ ਸੀਗਾ ਆਹ ਬੰਦੇ ਨੇ ਵੇਚਿਆ ਹੈਗਾ ਵਾ। ਗਲਾਡਾ ਦੇ ਵਿੱਚ ਵੀ ਕੋਈ ਇਹ ਨਹੀਂ ਹਿਸਾਬ ਕਿਤਾਬ ਬਣਦਾ। ਗਲਾਡਾ ਦੇ ਵਿੱਚ ਤਾਂ ਕੋਈ ਲੈਣਾ ਦੇਣਾ ਨਹੀਂ ਨਾ। ਨਹੀਂ ਫਿਰ ਗਲਾਡਾ ਉਹਦੇ 'ਚ ਕੀ ਹੁੰਦਾ, ਉਹਦੇ 'ਚ ਕੀ ਹੁੰਦਾ ਕਿ ਇਹ ਇੱਕ ਐਸੀ ਚੀਜ਼ ਆ ਜਿਹਦੇ 'ਚ ਜਿਹੜਾ ਖਰੀਦਦਾਰ ਆ, ਜੇ ਹੁਣ ਮੈਂ ਤੁਹਾਨੂੰ ਇੱਕ ਬਹੁਤ ਇੱਥੇ ਵੱਡੀ ਫੈਮਿਲੀ ਆ, ਹਾਂਜੀ, ਉਹਦੀ ਨੂੰਹ ਨੇ ਇੱਕ 400 ਗਜ ਦਾ ਪਲਾਟ ਕਿਸੇ ਬੰਦੇ ਨੂੰ ਵੇਚਤਾ। ਹਾਂਜੀ। ਉਹਦੇ ਵਿੱਚ ਉਹਦੇ ਕਿਸੇ ਨਾਲ 50 ਗਜ ਦਾ 400 ਗਜ ਤੋਂ 50 ਗਜ ਦਾ ਕੋਰਟ ਕੇਸ ਚੱਲਦਾ ਸੀ। ਉਹ ਜਿਹੜਾ ਖਰੀਦਦਾਰ ਸੀ, ਉਹ ਖਰੀਦਦਾਰ ਨੇ ਚੱਕ ਕੇ ਉਹਦੀ ਕੰਪਲੇਂਟ ਕਰਤੀ ਲੁਧਿਆਣਾ ਸਪੈਸ਼ਲ ਸੈੱਲ ਕੋਲੇ, FIR ਹੋ ਗਈ। ਉਹਨਾਂ ਨੇ ਆਪਣੀ ਬੇਲ ਲਾ ਲਈ ਸੈਸ਼ਨ ਜੱਜ ਸਾਹਿਬ ਕੋਲੇ। 8 ਮਹੀਨੇ ਇਨਕੁਆਇਰੀ ਚੱਲੀ, ਉਹਦੇ ਅੰਦਰ ਰਿਪੋਰਟ ਲੱਗੀ ਕਿ ਹਾਂ ਵੀ ਜਿਹੜੀ ਰਜਿਸਟਰੀ ਕਰਾਈ ਗਈ ਆ ਉਧਰ ਕੋਰਟ ਦਾ ਵੇਰਵਾ ਦਿੱਤਾ ਗਿਆ, ਭਾਵੇਂ ਸਟੇ ਹੋਵੇ ਭਾਵੇਂ ਸਟੇ ਨਾ ਹੋਵੇ। ਉਹਦੇ ਵਿੱਚ ਜਾਂ ਤਾਂ ਲਿਖਣਾ ਚਾਹੀਦਾ ਕਿ ਖਰੀਦਦਾਰ ਨੂੰ ਕੋਰਟ ਕੇਸ ਬਾਰੇ ਪਤਾ ਹੈ, ਜਾਂ ਉਹਦੇ ਅੰਦਰ ਇਹ ਲਿਖਣਾ ਪੈਣਾ ਕਿ ਫਲਾਨੀ ਕੋਰਟ ਦੇ ਆਹ ਆਰਡਰ ਹੋਇਆ ਜਾਂ ਫਲਾਨੀ ਕੋਰਟ ਦੇ ਵਿੱਚ ਅੱਜ ਦੀ ਡੇਟ 'ਚ ਆਹ ਚੱਲ ਰਿਹਾ। ਕਿਉਂਕਿ ਜਿਹੜਾ ਇੱਕ ਰਜਿਸਟਰਡ ਡਾਕੂਮੈਂਟ ਹੁੰਦਾ ਨਾ ਸ਼੍ਰੀਪਾਲ ਜੀ, ਤੁਸੀਂ ਬਜ਼ੁਰਗਾਂ ਦੀ ਗੱਲ ਸੁਣੀ ਹੋਣੀ ਹੈ ਕਿ ਇਹ ਜਿਹੜਾ ਡਾਕੂਮੈਂਟ ਹੈ ਇਹਨੂੰ ਬੜਾ ਧਿਆਨ ਨਾਲ ਕਰਿਓ, ਕਿਸੇ ਸਿਆਣੇ ਨਕਸ਼ੇ ਨਵੀਸ਼ ਕੋਲ ਜਾਇਓ, ਜੋ ਵੀ ਇਹਦਾ ਜੋ ਲਿਖਦੇ ਨੇ ਸਬਸਕ੍ਰਾਈਬਰ ਕੋਲ ਐਵੇਂ ਨਾ ਲਿਖਾ ਲਿਓ। ਉਹ ਕਿਉਂ ਕਹਿੰਦੇ ਸੀ? ਹਾਂਜੀ। ਜੇ ਤੁਸੀਂ ਲਿਖਤਾ ਸ਼੍ਰੀਪਾਲ ਸਨ ਆਫ ਸੋ ਐਂਡ ਸੋ ਵਾਸੀ ਸਮਰਾਲਾ, ਤੁਹਾਨੂੰ ਉੱਥੇ ਸਮਰਾਲੇ ਕੌਣ ਲੱਭਦਾ ਫਿਰੂਗਾ? ਬਿਲਕੁਲ ਗੱਲ ਸਹੀ ਹੈ। ਸਰਕਾਰ ਨੇ ਉੱਤੇ ਫੋਟੋਆਂ ਲਵਾਈਆਂ, ਅੰਗੂਠੇ ਲਵਾਏ, ਇਸੇ ਗੱਲ ਕਰਕੇ ਕਿ ਦੇਖ ਕੇ ਬੋਲੋ ਜੋ ਵੀ ਬੋਲਦੇ ਹੋ, ਤੁਸੀਂ ਫਸ ਜਾਓਗੇ। ਪਹਿਲਾਂ ਰਜਿਸਟਰੀਆਂ ਘਰੇ ਹੀ ਹੋ ਜਾਂਦੀਆਂ ਸੀਗੀਆਂ, ਸਿੱਧਾ ਤੁਸੀਂ ਪਟਵਾਰਖਾਨੇ ਜਾਂਦੇ ਸੀ, ਉੱਥੇ ਚੜ ਜਾਂਦੀਆਂ ਸੀਗੀਆਂ। ਇੰਤਕਾਲ ਲਿਖਣ ਦੇ ਬੈਠ ਕੇ ਬੰਦੇ ਆਪਣੇ ਆਪ ਹੀ। ਉਹ ਜਦੋਂ ਆਹ ਹੇਰਾ ਫੇਰੀ ਤੋਂ ਬਚਣ ਵਾਸਤੇ ਆਹ ਗੱਲ ਆਈ ਆ, ਸੈਕਸ਼ਨ 82 ਲਾਇਆ ਗਿਆ। ਉਹਦੇ ਵਿੱਚ ਤੁਹਾਡਾ ਪੂਰਾ ਐਡਰੈਸ, ਖਰੀਦਦਾਰ ਦਾ ਪੂਰਾ ਐਡਰੈਸ, ਵਿਟਨੈਸ ਪੂਰੇ, ਉਹ ਇੱਕ ਜਿਹੜੀ ਰਜਿਸਟਰੀ ਹੁੰਦੀ ਆ ਉਹ ਤੁਸੀਂ ਐਵੇਂ ਥੱਲੇ ਰਜਿਸਟਰੀ ਪੜ੍ਹ ਕੇ
ਤੁਹਾਨੂੰ ਮੈਂ ਸ਼ਹਿਰ ਦੇ ਇੱਕ ਐਂਡ 'ਚ ਛੱਡ ਦਵਾਂ ਨਾ, ਰਜਿਸਟਰੀ ਉਹ ਹੁੰਦੀ ਹੈ ਜਿਹਨੂੰ ਤੁਸੀਂ ਪੜ੍ਹ ਕੇ ਬਿਲਕੁਲ ਘਰ ਦੇ ਦੀਵਾਰ ਦੇ ਮੂਹਰੇ, ਕੰਧ ਦੇ ਉਹਦੇ ਗੇਟ ਮੂਹਰੇ ਖੜੇ ਹੋਵੋਗੇ, ਉਹ ਹੁੰਦੀ ਆ। ਅੱਜ ਕੱਲ੍ਹ ਰਜਿਸਟਰੀ ਕੀ ਬਣ ਰਹੀ ਆ, ਦੱਖਣ ਗੁਆਂਢੀ, ਪੱਛਮ ਗੁਆਂਢੀ, ਅੱਗੇ ਸੜਕ, ਪਿੱਛੇ ਗੁਆਂਢੀ, ਕੋਈ ਪਲਾਟ ਨੰਬਰ ਨਹੀਂ, ਬਸ ਕੋਈ ਕੱਖ ਨਹੀਂ। ਬਿਲਕੁਲ ਗੱਲ ਸਹੀ ਹੈ ਤੁਹਾਡੀ, ਕੁਝ ਵੀ ਨਹੀਂ। ਤੇ ਜਾਣ ਕੇ ਜਿਹੜੇ ਹੇਰਾ ਫੇਰੀ ਕਰਦੇ ਆ, ਕੋਈ ਇਨਕਲੇਵ ਦੱਸਤਾ, ਕੋਈ ਸਟੇਟ ਦੱਸਤੀ, ਉਹ ਕਿੱਥੋਂ ਲਾਇਆ ਯਾਰ? ਕੋਈ ਉਹਦੇ ਨਾਲ ਕੋਈ ਮੈਪ ਲਾਇਆ? ਹਰੇਕ ਰਜਿਸਟਰੀ ਨਾਲ ਜੋ ਕਹਿੰਦੇ ਨਾ ਹੇਰਾ ਫੇਰੀ ਹੁੰਦੀ ਆ, ਹਰੇਕ ਰਜਿਸਟਰੀ ਨਾਲ ਖਸਰਾ ਗਿਰਦਾਵਰੀ ਪਲੱਸ ਫਰਦ ਲੱਗਦੀ ਆ। ਅੱਛਾ, ਅੱਜ ਕੱਲ ਕੋਈ ਲਾਂਦਾ ਹੀ ਨਹੀਂ। ਉਹ ਲਾਉਂਦੇ ਤਾਂ ਹੈਗੇ ਆ, ਲੇਕਿਨ ਹੇਰਾ ਫੇਰੀ ਦੇ ਅੰਦਰ ਪਤਾ ਕੀ ਹੁੰਦੀ ਆ, ਜਿਹੜੇ ਕਲੋਨਾਈਜ਼ਰ ਆ ਉਹਨਾਂ ਨੇ ਤਾਂ ਵਿਚਾਰੇ ਗਰੀਬ ਨੂੰ ਜਗ੍ਹਾ ਵੇਚਤੀ। ਅੱਛਾ, ਹੁਣ ਜੇ ਸਰਕਾਰ ਗਰੀਬ ਦੀ ਜਗ੍ਹਾ ਰੋਕਣ ਤੇ ਆ ਜਾਵੇ, ਇੱਕ ਤਾਂ ਵਿਚਾਰੇ ਗਰੀਬ ਤੇ ਪਰਚਾ, ਉਹਨਾਂ 100 ਗਜ ਦੀ ਜਗ੍ਹਾ ਲਿੱਤੀ ਹੈ, ਸਰਕਾਰ ਨੂੰ ਰੈਵਨਿਊ ਚਾਹੀਦਾ, ਉਹ ਉੱਥੇ ਘੁੰਮ ਫਿਰ ਕੇ ਗੱਲ ਫਸ ਜਾਂਦੀ ਹੈ। ਵਾਹ ਜੀ ਵਾਹ। ਹੁਣ ਲੋਕੀ ਕੀ ਕਰਦੇ ਆ ਕਿ 82 ਦਾ ਕੀ ਕਰਦੇ ਆ, ਚੱਕ ਕੇ ਲਾ ਦਿੰਦੇ ਆ ਇਲਜ਼ਾਮ ਤਹਿਸੀਲਦਾਰ ਤੇ, ਕਿ ਤਹਿਸੀਲਦਾਰ ਨੇ ਕਿਉਂ ਦੇਖਿਆ। ਹੁਣ ਤਹਿਸੀਲਦਾਰ ਸਾਹਿਬ ਤੇ FIR ਹੋ ਗਈ, ਉਹ FIR ਹੋ ਕੇ ਫਿਰ ਚਲੇਗੀ ਅੱਗੇ, ਮਤਲਬ ਐਵੇਂ ਨਹੀਂ ਕਿ ਤਾਂ ਕਹਿਣ ਦੀ ਗੱਲ ਹੈ ਨਾ, ਲੇਕਿਨ ਸਮਾਂ ਬਹੁਤ ਲੱਗ ਜਾਂਦਾ ਉਹਦੇ ਵਿੱਚ। ਫਿਰ ਲੱਗ ਜਾਂਦਾ ਕਿ ਤਹਿਸੀਲਦਾਰ ਸਾਹਿਬ ਨੇ ਪੈਸੇ ਲੈ ਲਏ, ਚਲੋ ਕਿਸੇ ਬੰਦੇ ਨੂੰ ਫੜ ਕੇ ਜੇਲ੍ਹ 'ਚ ਵੀ ਚਲੇ ਜਾਂਦੇ, ਇਹ ਹੁੰਦਾ। ਫਿਰ ਬੰਦਾ ਕਹਿੰਦਾ ਯਾਰ ਇਹ ਤਹਿਸੀਲਦਾਰ ਸਾਹਿਬ ਨੂੰ ਤਾਂ ਪਰਚਾ ਹੋਇਆ ਸੀ ਕਿ ਮੈਂ ਨਿਕਲ ਗਿਆ, ਕਿਉਂਕਿ ਹਾਈ ਕੋਰਟ ਜਦੋਂ ਕੁਐਸ਼ਿੰਗ ਲੱਗਦੀ ਆ, ਉਹ ਕਹਿੰਦੇ ਜੀ ਬੰਦੇ ਨੇ ਕੰਪਲੇਂਟ ਮੇ ਤੇ ਇਲਜ਼ਾਮ ਲਾਇਆ ਕਿ ਮੈਂ ਪੈਸੇ ਲਿੱਤੇ ਆ, ਲੇਕਿਨ ਦੌਰਾਨੇ ਤਫਤੀਸ਼ ਇਹਨੇ ਇੱਕ ਵੀ ਇਹੋ ਜਿਹੀ ਕੋਈ ਚੀਜ਼ ਸ਼ੋਅ ਨਹੀਂ ਕੀਤੀ ਜਿਸ 'ਚ ਪਤਾ ਚੱਲੇ ਕਿ ਮੈਂ ਪੈਸੇ ਲਿੱਤੇ ਆ। ਜਿਹੜਾ ਮੁੜ ਦੇ ਉੱਤੇ ਮੇਰੇ ਤੇ FIR ਹੋਈ ਆ, ਉਹ ਤਾਂ ਉਹਦਾ ਸਟੈਂਡ ਹੀ ਨਹੀਂ ਕਰਦੇ, ਉਹ ਤਾਂ ਕੋਈ ਹੈ ਹੀ ਨਹੀਂ, ਗੱਲ ਹੀ ਨਹੀਂ ਹੈਗੀ। ਉਹਦੇ ਕਰਕੇ FIR ਕੁਐਸ਼ ਹੋ ਜਾਂਦੀ ਹੈ, ਤੇ ਜਿਹੜੇ ਬੰਦੇ ਜਿਹੜੇ ਬਾਕੀ ਹੁੰਦੇ ਉਹਦੇ ਵਿੱਚ ਜਿਹੜੇ ਹੁੰਦੇ ਛੁੱਟ ਜਾਂਦੇ ਆ। ਇਸ ਕਰਕੇ ਕਰੈਕਟ ਪ੍ਰੋਸੀਜਰ ਨਾਲ ਜੇ ਤੁਸੀਂ ਕੰਮ ਕੀਤਾ ਹੋਵੇ, ਬੰਦਾ ਨਹੀਂ ਛੁੱਟ ਸਕਦਾ, ਬਿਲਕੁਲ ਨਹੀਂ ਛੁੱਟ ਸਕਦਾ। ਬਹੁਤ ਖਤਰਨਾਕ ਧਾਰਾ ਤੀਰਥ ਜੀ 82 ਜਿਹੜੀ ਹੈਗੀ, ਤੁਸੀਂ ਕਿਹਾ ਵੀ ਜਿਹੜੇ ਡਾਕੂਮੈਂਟ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ, ਇਹ 'ਚ ਫਸਦਾ ਕੌਣ ਬੰਦਾ ਹੈਗਾ, ਫਸਦਾ ਕਿਹੜਾ ਬੰਦਾ ਹੈਗਾ 82 ਦੇ ਵਿੱਚ? 82 ਦੇ ਵਿੱਚ ਉਹ ਵੇਚਣ ਵਾਲਾ ਫਸਦਾ, ਖਰੀਦਣ ਵਾਲਾ ਫਸਦਾ ਵਾ, ਇਹ ਥੋੜਾ ਦੱਸੋ ਦੁਬਾਰਾ। ਬਿਲਕੁਲ, ਵੇਚਣ ਵਾਲਾ ਫਸਦਾ, ਖਰੀਦਣ ਵਾਲਾ ਫਸਦਾ, ਜਿਹਨੇ ਉਹ ਲਿਖੀ ਆ ਉਹ ਫਸਦਾ, ਭਾਵੇਂ ਤੁਹਾਡੀ ਇੱਕ ਲਾਈਨ ਹੀ ਗਲਤ ਹੋਵੇ। ਹੁਣ ਜਿਵੇਂ ਕਿ ਮੇਰੀ ਪ੍ਰਾਪਰਟੀ ਪੈਂਦੀ ਆ ਫਿਰੋਜ਼ਪੁਰ ਰੋਡ ਤੇ, ਫਿਰੋਜ਼ਪੁਰ ਰੋਡ ਕਮਰਸ਼ੀਅਲ ਆ, ਮੈਂ ਕੀ ਕੀਤਾ, ਮੈਂ ਕਿਹਾ ਜੀ ਮੇਰੀ ਪ੍ਰਾਪਰਟੀ ਨੇੜੇ ਫਿਰੋਜ਼ਪੁਰ ਰੋਡ, ਸਾਹਮਣੇ 100 ਫੁੱਟ ਦਾ ਰੋਡ। ਹਾਂਜੀ, ਹੁਣ ਮੇਰੇ ਨੇੜੇ ਹੋਵੇ ਤੇ 100 ਫੁੱਟ ਦਾ ਰੋਡ ਹੋਵੇ, ਇਹ ਕੀ ਗੱਲ ਆ? ਹੇਰਾ ਫੇਰੀ। ਹਾਂਜੀ, ਠੀਕ ਹੈ ਨਾ। ਹੁਣ ਉਹਦੇ ਵਿੱਚ ਹੇਰਾ ਫੇਰੀ ਕੀ ਆ ਕਿ ਮੈਂ ਉਹਦਾ ਰੈਜ਼ੀਡੈਂਸ਼ੀਅਲ ਦੇ ਵਿੱਚ ਕੀ ਕੀਤਾ ਕਿ ਰੈਜ਼ੀਡੈਂਸ਼ੀਅਲ ਜਾਂ 2 ਲੱਖ ਸਟੈਂਪ ਡਿਊਟੀ ਬਣਦੀ ਸੀ ਤੇ ਕਮਰਸ਼ੀਅਲ ਦੀ 3 ਲੱਖ ਬਣਦੀ ਸੀ, ਮੈਂ ਕੀ ਕੀਤਾ, ਮੈਂ 2.5 ਲੱਖ ਭਰਾਤੀ। ਜਾਣੀ ਕਿ ਕਹਿਣੇ ਦਾ ਮਤਲਬ ਜਿੰਨੇ ਕਿ ਤੁਸੀਂ ਬੰਦ ਕਰ, ਮੈਂ ਮਤਲਬ ਬੜਾ ਸਿਆਣਾ ਨਾ, ਮੈਂ ਬੜੀ ਸਿਆਣਪ ਕੀਤੀ। ਤੇ ਹੁਣ ਜਾਣੀ ਕਿ ਸਟਾਂਪ ਪੇਪਰ ਚੋਰੀ ਹੋਇਆ, ਹਾਂਜੀ, ਉਹਦੇ ਅੰਦਰ ਸਿਰਫ ਆਹੀ ਗੱਲ, ਨੇੜੇ ਫਿਰੋਜ਼ਪੁਰ ਰੋਡ ਜਿਹੜੀ ਆ ਉੱਥੇ 7 ਸਾਲ ਦੀ ਕੈਦ। ਤੇ ਜਾਣੀ ਕਹਿੰਦਾ ਮਤਲਬ ਸਟੈਂਪ ਡਿਊਟੀ ਜਿਹੜੀ ਚੋਰੀ ਕਰਦੇ ਨੇ, ਕੋਲੋਨਾਈਜ਼ਰ ਹੋ ਗਏ ਜਾਂ ਜਿਹੜੇ ਬੰਦਾ ਖਰੀਦਣ ਵਾਲਾ ਵੇਚਣਾ, ਦੋਵੇਂ ਮਿਲ ਕੇ ਚੋਰੀ ਕਰਦੇ ਨੇ ਇਹ। ਹਾਂ, ਜਿਹੜੀ ਸਟੈਂਪ ਡਿਊਟੀ ਚੋਰੀ ਕੀਤੀ ਆ ਉਹ ਕਿਹੜੇ ਬੇਸ ਤੇ ਕੀਤੀ ਆ? ਹਾਂ, ਐਗਰੀਕਲਚਰ ਕਮਰਸ਼ੀਅਲ ਲੈਂਡ ਦੇ ਵਿੱਚ। ਉਹ ਕਿਹੜੇ ਬੇਸ ਤੇ ਕੀਤੀ ਆ? ਉਹ ਇੱਕ ਡਾਕੂਮੈਂਟ ਕ੍ਰੀਏਟ ਕਰ ਕੀਤੀ ਆ। ਹਾਂ, ਡਾਕੂਮੈਂਟ ਯਾਨੀ ਕਿ ਹੇਰਾ ਫੇਰੀ ਕੀਤੀ। ਚਲੋ ਉਹ ਰਜਿਸਟਰਡ ਡਾਕੂਮੈਂਟ ਆ। हाँ, रजिस्टर्ड डॉक्यूमेंट है। यानी कि आज कहने का मतलब ये है कि जो रेवेन्यू डिपार्टमेंट है, स्टैंप ड्यूटी की चोरी की जाती है, जो सरकार को चूना लगाया जाता है, वो कॉलोनाइजर और दोनों मिलकर खरीदने और बेचने वाला। लेकिन जब पकड़ा जाए, पंजाब केसरी ने इसके ऊपर बहुत तगड़ा अभियान लाया थी, ਉਹਦੇ ਵਿੱਚ बहुत खुलासे हुए। हाँ, तो कई बार इस पर यानी कि आर्टिकल भी लगे हैं अखबारों में और उसके बारे में अलग अलग लोगों ने अपने विचार भी दिए हैं। तो तीर्थ गरेवाल जी, आपने 82 के बारे में बताया कि जो लोग स्टाम्प ड्यूटी की चोरी करते हैं, इसके लिए आपका धन्यवाद, बहुत बहुत धन्यवाद। लोगों को भी ख्याल करना चाहिए कि जो थोड़ा बहुत पैसे बचाने के चक्कर में आप भी जो कल्प्रिट ना बने, दोषी ना बने। थल्ले लिखा ਹੁੰਦਾ ਖਰੀਦਦਾਰ ਤੇ ਉਹਨਾਂ ਨੂੰ 82 ਬਾਰੇ ਪਤਾ, 7 ਸਾਲ ਦੀ ਕੈਦ ਬਾਰੇ ਪਤਾ। ਹਾਂ, ਉਹ ਦੋਨੋਂ ਵੀ ਲਿਖਿਆ ਵੀ ਹੁੰਦਾ ਹੈ। ਅੱਛਾ, ਕਿਹੜਾ ਟਰਸਟ ਦੀ ਜ਼ਮੀਨ ਆ, ਸਕੂਲ ਦੀ ਜ਼ਮੀਨ ਆ, ਬਈ ਉਹ ਜਿਹੜਾ ਝੂਠਾ ਬਿਆਨ ਵਾਲੀ ਨਾ ਇਹਨਾਂ ਨੇ ਲਾਈਨ ਕੱਢਤੀ, ਉਹ ਵਿੱਚ ਪਾਉਂਦੇ ਨਹੀਂ ਹੈਗੇ। ਲੇਕਿਨ ਲਾਅ ਕਹਿੰਦਾ ਭਾਵੇਂ ਲਿਖਿਆ ਰਜਿਸਟਰੀ 'ਚ, ਭਾਵੇਂ ਨਹੀਂ ਲਿਖਿਆ, ਕਾਨੂੰਨ ਤੁਹਾਡੇ ਲਈ ਜੁਰਮ ਆ। ਇਗਨੋਰੈਂਸ ਆਫ ਲਾਅ, ਯਾਨੀ ਕਿ ਲਾਅ ਦਾ ਨਾ ਪਤਾ ਹੋਣਾ ਕੋਈ ਡਿਫੈਂਸ ਨਹੀਂ ਹੈਗਾ। ਹਾਂਜੀ ਹਾਂਜੀ, ਸਾਨੂੰ ਜਾਣੀ ਕਿ ਆਪ ਜਾਣੀ ਕਿ ਜਾਣੂ ਹੋਣਾ ਚਾਹੀਦਾ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਸਾਨੂੰ ਨਹੀਂ ਪਤਾ ਸੀ। ਜਿਹੜਾ ਕਾਨੂੰਨ ਬਣ ਲਾਅ ਸਿਰਫ ਉਹਨੂੰ ਬਖਸ਼ਦਾ ਵਾ ਜਿਹੜਾ ਮੂੰਹ 'ਚ ਨਹੀਂ ਨੱਕ 'ਚ ਰੋਟੀ ਪਾਉਂਦਾ, ਜਿਹੜਾ ਮਤਲਬ ਜਾਣੀ ਕਿ ਸਿੱਧਰਾ ਵਾ। ਹਾਂ, ਜਾਣੀ ਕਿ ਹੋਰ ਬੰਦਾ ਜਿਹੜਾ ਸਹੀ ਬੰਦਾ, ਜੇ ਤੁਸੀਂ ਆਪਣੇ ਆਪ ਨੂੰ ਪਾਗਲ ਸਾਬਤ ਕਰੋਗੇ ਤਾਂ ਤੁਸੀਂ ਬਚ ਸਕਦੇ ਹੋ, ਨਹੀਂ ਤਾਂ ਕਾਰ 'ਚ ਬੈਠੇ ਹੋ ਤੇ ਤੁਸੀਂ ਕੋਠੇ 'ਚ ਰਹਿੰਦੇ ਹੋ तो फिर नहीं बच सकते। चलो, तीर्थ गरेवाल जी का हम फिर बहुत धन्यवाद करते हैं कि ये जो 82 होती है, जो कहते हैं कि रेवेन्यू के डिपार्टमेंट ने स्टैंप ड्यूटी की चोरी वगैरह होती है, इसके बारे में बताया। धन्यवाद तीर्थ गरेवाल जी, आपको बहुत बहुत धन्यवाद। थैंक यू श्रीपाल जी, थैंक यू सारे स्रोते का, बच के रहो, बहुत खतरनाक है। चलो, थैंक यू।